ਵਾਲੇ ਸਮੇਂ ਦੇ ਵਿੱਚ ਜੋ ਵੀ ਟੀਚਰ ਟ੍ਰੇਨਿੰਗ ਦੇ ਪ੍ਰੋਗਰਾਮ ਚੱਲਣਗੇ, ਉਹਨਾਂ ਦੇ ਵਿੱਚ ਇਹ ਇੱਕ-ਇੱਕ ਜਿਹੜੀਆਂ ਲਫ਼ਜ਼ ਹੈਗਾ ਆ ਉਹ ਸਹਾਇਤਾ ਕਰੇਗਾ ਕਿ ਜਿਹੜੀਆਂ ਆਉਣ ਵਾਲੀਆਂ ਟੀਚਰ ਟ੍ਰੇਨਿੰਗ ਆ ਉਹ ਕਿਸ ਤਰ੍ਹਾਂ ਚੱਲਣੀ ਆ। ਤੇ ਮੈਂ ਇਸ ਤੋਂ ਅੱਗੇ ਰਿਕੁਐਸਟ ਕਰਾਂ ਡਾਕਟਰ ਜਸਵਿੰਦਰ ਸਿੰਘ ਜੀ ਦਿੱਲੀ, ਉਹਨਾਂ ਨੂੰ ਰਿਕੁਐਸਟ ਕਰਦਾ ਕਿ ਉਹ ਜਿਹੜੀ ਵਿੱਦਿਆ ਦੀ ਇੰਪੋਰਟੈਂਸ ਹੈਗੀ ਆ, ਉਹਦੇ ਬਾਰੇ ਗੱਲ ਕਰਨਗੇ ਕਿ ਕਿੰਨੀ ਕੁ ਜ਼ਰੂਰੀ ਹੈਗੀ ਆ ਇਹ ਜਿਹੜੀ ਮੁੱਢਲੀ ਵਿੱਦਿਆ। ਡਾਕਟਰ ਜਸਵਿੰਦਰ ਸਿੰਘ ਜੀ ਦਿੱਲੀ। डॉक्टर साहब ने अपना कैमरा ऑन नहीं किया। हाँ, हाँ आगे जी, आगे। आवाज आ रही है सर? जी बिल्कुल आ रही है जी। सब तो पहले तो बहुत बहुत धन्यवाद क्योंकि इन्ने प्रोमीनेंट पैनल है साडे कोल अज। सरदार अजैब सिंह जी, वाइस चांसलर सरदार दलजीत सिंह जी, प्रोफैसर घुमन मैडम, मुजाहिदा, प्रोफैसर पुष्पिंदर, सारिਆਂ ने बहुत वधिया गल्लां कीतियां ने और मैनूं लगता है कि एक बहुत ही वधिया कॉम्प्रीहेंसिव रिकमेंडेशन जिहड़ी है या एक एक्शन प्रोग्राम आप तैयार कर सकते हैं। एक तो गल्लां ने जिहड़ियां मैं करनियां चाहांगा क्योंकि हुणे हुणे भारत दे विच भी जिहड़ी नवीं एजुकेशन पॉलिसी तैयार हुई है, ਉਹਦਾ भी जिहड़ा स्कूल एजुकेशन का सिस्टम है वो काफ़ी रीस्ट्रक्चर होया है, खास करके प्राइमरी एजुकेशन जिहदे विच गल कीती गई है कि फाउंडेशनल एक लिटरेसी इंट्रोड्यूस की जाए और प्राइमरी एजुकेशन का जो सिस्टम है वो थोड़ा जिहा चेंज किया है और काफ़ी कंप्रीहेंसिव एक्सरसाइज गवर्नमेंट ऑफ इंडिया ने की सी, जिहदे विच काफ़ी लोगों तो सजेशनस भी मंगे गए, बड़े कंस्ट्रक्टिव सजेशनस ਉਹਦੇ ਵਿੱਚ ਆਏ ਸੀ और हायर एजुकेशन वाली कमेटी ਦੇ ਵਿੱਚ ਤਾਂ since I was also ਇੱਕ ਸਬ ਕਮੇਟੀ ਦਾ ਮੈਂ ਵੀ ਇੱਕ ਮੈਂਬਰ ਸੀ ਜਿੱਥੇ ਅਸੀਂ ਇਹਨਾਂ ਨੂੰ ਕੰਪਾਈਲ ਕਰਕੇ ਦਿੱਤਾ ਸੀ ਗਵਰਨਮੈਂਟ ਨੂੰ। ਮਗਰ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਜਿਹਦਾ ਅੱਜ ਆਪਾਂ ਡਿਸਕਸ ਕਰ ਰਹੇ ਹਾਂ, ਪ੍ਰਾਇਮਰੀ ਐਜੂਕੇਸ਼ਨ ਮੈਨੂੰ ਲੱਗਦਾ ਹੈ ਕਿ ਇਹ ਸਭ ਤੋਂ ਇੰਪੋਰਟੈਂਟ ਜਿਹੜਾ ਬੱਚੇ ਦੀ ਫਾਊਂਡੇਸ਼ਨ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ और खास करके ਆਪਾਂ ਸਾਰੇ ਕਿਉਂਕਿ ਪੇਂਡੂ ਮਾਹੌਲ ਤੋਂ ਵਾਕਿਫ ਹਾਂ ਔਰ ਪੇਂਡੂ ਮਾਹੌਲ ਦੇ ਵਿੱਚ ਅਜੇ ਵੀ ਅਗਰ ਆਪਾਂ ਗੱਲ ਕਰਨੇ ਆ ਤੇ ਦੇਖੋ ਪ੍ਰਾਇਮਰੀ ਅੱਜ ਸਾਡੇ ਆਂਗਨਵਾੜੀ ਵਰਕਰਸ ਬੜਾ ਇੱਕ ਇੰਪੋਰਟੈਂਟ ਰੋਲ ਪਲੇ ਕਰ ਰਹੇ ਨੇ ਔਰ ਇਹਦੇ ਵਿੱਚ ਗਵਰਨਮੈਂਟ ਇਹ ਚਾਹ ਰਹੀ ਹੈ ਕਿ 3 ਸਾਲ ਦਾ ਜਦੋਂ ਬੱਚਾ ਹੁੰਦਾ ਉਹਨੂੰ ਆਂਗਨਵਾੜੀ ਪ੍ਰੀ ਪ੍ਰਾਇਮਰੀ ਜਿਹਨੂੰ ਆਪਾਂ ਕਹਿੰਦੇ ਆ ਜਾਂ ਫਾਊਂਡੇਸ਼ਨ ਜਿਹੜੀ ਉਹਦੀ ਬੰਨੀ ਜਾਏ ਤੇ ਉਹ 3 ਸਾਲ ਆਂਗਨਵਾੜੀ ਵਰਕਰਾਂ ਕੋਲ ਹੋਏਗਾ ਔਰ ਉਹਦੇ ਵਿੱਚ ਉਹ ਬਿਲਕੁਲ ਐਕਟੀਵਿਟੀ ਬੇਸਡ ਜਿਹੜੀ ਉਹਦੀ ਇਨੀਸ਼ੀਏਸ਼ਨ ਹੈ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਕੀਤੀ ਜਾਏ। ਔਰ ਦੂਸਰਾ ਜਿਹੜਾ ਉਹਦਾ ਦੂਸਰੀ ਜਿਹੜੀ ਸਟੇਜ ਹੈ ਉਹ ਪਹਿਲੀ ਔਰ ਦੂਸਰੀ ਕਲਾਸ ਦੀ ਜਿਹੜੀ ਹੈ 6 ਤੋਂ 8 ਸਾਲ ਦੀ ਹੋਏਗੀ ਤੇ ਇਹ ਇੱਕ ਪ੍ਰਾਇਮਰੀ ਸਟੇਜ ਜਿਹੜੀ ਹੈ ਫਿਰ 3 ਤੋਂ 5 ਕਲਾਸ ਜਿਹੜੀ ਹੈ ਜਿਹਨੂੰ ਅਸੀਂ ਪ੍ਰੈਪਰੇਟਰੀ ਸਟੇਜ ਨੈਸ਼ਨਲ ਐਜੂਕੇਸ਼ਨ ਪਾਲਿਸੀ ਨੇ ਕਿਹਾ। ਇਹ ਜਿਹੜੇ 3 ਕੰਪੋਨੈਂਟਸ ਨੇ 3 ਸਾਲ ਆਂਗਨਵਾੜੀ ਦੇ, 2 ਸਾਲ ਕਲਾਸ ਪਹਿਲੀ ਔਰ ਦੂਸਰੀ ਦੇ ਔਰ 3 ਸਾਲ 3 ਤੋਂ 5ਵੀਂ ਕਲਾਸ ਤੱਕ ਦੇ, ਇਹ ਮੈਨੂੰ ਲੱਗਦਾ ਕਿ ਬੜੇ ਕ੍ਰੂਸ਼ੀਅਲ ਨੇ। ਪਰ ਅਗਰ ਅਸੀਂ ਪਿੰਡਾਂ ਦੇ ਸਕੂਲਾਂ ਦਾ ਹਾਲ ਅਗਰ ਦੇਖਦੇ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ 5ਵੀਂ ਕਲਾਸ ਤੱਕ ਕਿਸੇ ਸਰਕਾਰੀ ਸਕੂਲ ਦੇ ਵਿੱਚ ਇੱਕ ਕਮਰਾ ਵੀ ਰਿਜ਼ਰਵ ਕੀਤਾ ਜਾਂਦਾ ਕਿ ਇਸ ਸੈਕਸ਼ਨ ਨੂੰ ਇਹ ਇੱਕ ਕਲਾਸਰੂਮ ਦਿੱਤਾ ਜਾਂਦਾ ਜਿੱਥੇ ਬੱਚਾ ਆਪਣੀ ਐਕਟੀਵਿਟੀ ਕਰ ਸਕੇਗਾ ਜਾਂ ਟੀਚਰ ਜੋ ਉਹਨੂੰ ਕੰਮ ਕਰਵਾਉਂਦਾ ਹੈ ਬੱਚੇ ਨੂੰ ਉਹ ਉਹਦੇ ਵਿੱਚ ਕੁਝ ਜਿਹੜਾ ਹੈ ਉਹਦਾ ਰੈਗੂਲਰ ਇੱਕ ਪ੍ਰੋਸੈਸ ਜਿਹੜੀ ਉਹ ਹੋਏਗੀ। ਹੁੰਦਾ ਕੀ ਹੈ ਕਿ ਅਜੇ ਵੀ ਮੈਂ ਤਾਂ ਡਿਸਟ੍ਰਿਕਟ ਕਪੂਰਥਲਾ ਨੂੰ ਬਿਲੋਂਗ ਕਰਨਾ ਔਰ ਮੇਰੇ ਆਪਣੇ ਪਿੰਡ ਦੇ ਵਿੱਚ ਹੀ ਜਿਸ ਸਕੂਲ ਤੋਂ ਮੈਂ ਪੜ੍ਹਿਆ ਅਸੀਂ 5ਵੀਂ ਕਲਾਸ ਤੱਕ ਤੇ ਦਰਖਤਾਂ ਦੇ ਥੱਲੇ ਬੈਠਦੇ ਸੀ ਔਰ ਹੁਣ ਜ਼ਰੂਰ ਵਰਾਂਡਿਆਂ ਜਾਂ ਕਲਾਸਰੂਮਾਂ ਦੇ ਵਿੱਚ ਆ ਗਏ ਪਰ ਹਾਲਤ ਕੋਈ ਬਹੁਤ ਵਧੀਆ ਨਹੀਂ ਹੈ ਅਜੇ ਇਹਨਾਂ ਸਕੂਲਾਂ ਦੀ। ਚਾਹੇ ਪੰਜਾਬ ਗਵਰਨਮੈਂਟ ਇਹ ਕਲੇਮ ਕਰੇ ਜਾਂ ਨੈਸ਼ਨਲ ਅਸੈਸਮੈਂਟ ਦੇ ਵਿੱਚ ਪੰਜਾਬ ਤੀਸਰੇ ਜਾਂ ਚੌਥੇ ਨੰਬਰ ਤੇ ਹੈ, ਪਰ ਸਕੂਲ ਐਜੂਕੇਸ਼ਨ ਜਿਹੜੀ ਪ੍ਰਾਇਮਰੀ ਲੈਵਲ ਦੀ ਜਿਹੜੀ ਬਿਲਕੁਲ ਐਕਟੀਵਿਟੀ ਬੇਸਡ ਲਰਨਿੰਗ ਹੋਣੀ ਚਾਹੀਦੀ ਹੈ। ਜ਼ਰੂਰੀ ਨਹੀਂ ਕਿ ਅਸੀਂ ਬੱਚੇ ਨੂੰ ਫੋਰਸ ਕਰਕੇ ਉਹਨੂੰ ਅਲਫਾਬੈਟ ਸਿਖਾਈਏ ਜਾਂ ਕੁਝ ਹੋਰ ਗੱਲਾਂ ਕਰੀਏ।
ਕਈ ਵਾਰੀ ਇੱਕ ਕਨਫਿਊਜ਼ਨ ਜਿਹੜਾ ਪੰਜਾਬ ਦੇ ਵਿੱਚ ਬੜਾ ਵੱਡਾ ਚੱਲ ਰਿਹਾ ਉਹ ਇਹ ਕਿ ਅਸੀਂ ਇੰਗਲਿਸ਼ ਮੀਡੀਅਮ ਦੇ ਵਿੱਚ ਬੱਚੇ ਨੂੰ ਪੜ੍ਹਾਉਣਾ। ਮੈਨੂੰ ਲੱਗਦਾ ਕਿ ਇਹ ਜਿਹੜਾ ਕਨਫਿਊਜ਼ਨ ਹੈ ਇਹ ਬੱਚੇ ਨੂੰ ਸਾਰੀ ਉਮਰ ਰਹਿੰਦਾ। ਐਜੂਕੇਸ਼ਨ ਪਾਲਿਸੀ ਦੇ ਵਿੱਚ ਹੁਣ 3 ਲੈਂਗੁਏਜ ਫਾਰਮੂਲਾ ਹੈ ਕਿ ਤੁਸੀਂ ਉਹਨੂੰ ਇੱਕ ਲੋਕਲ ਲੈਂਗੁਏਜ ਦੇ ਵਿੱਚ ਜਾਂ ਉਹਦੀ ਮਦਰ ਟੰਗ ਦੇ ਵਿੱਚ ਔਰ ਹੌਲੀ ਹੌਲੀ ਉਹਨੂੰ ਦੂਸਰੀ ਲੈਂਗੁਏਜ, ਚਾਹੇ ਤੁਹਾਡੀ ਕੋਈ ਰਾਜ ਭਾਸ਼ਾ ਕੋਈ ਹੋਰ ਹੈ ਤੇ ਉਹਦੇ ਵਿੱਚ ਵੀ ਤੁਸੀਂ ਉਹਨੂੰ ਲਰਨਿੰਗ ਕਰਵਾ ਸਕਦੇ ਹੋ। ਇਹ ਇੱਕ ਫਲੈਕਸੀਬਿਲਿਟੀ ਜਿਹੜੀ ਪਹਿਲੇ ਸਾਡੇ ਪ੍ਰਾਇਮਰੀ ਐਜੂਕੇਸ਼ਨ ਲੈਵਲ ਤੇ ਨਹੀਂ ਸੀ, ਉਹ ਹੁਣ ਹੈ। ਕਈ ਵਾਰੀ ਜਿਹੜੇ ਸਕੂਲਸ ਨੇ ਜਿਨ੍ਹਾਂ ਦੇ ਵਿੱਚ ਬੱਚਿਆਂ ਦੀ ਬਹੁਤ ਟ੍ਰਾਂਸਫਰਸ ਹੁੰਦੀ ਹੈ, ਖਾਸ ਕਰਕੇ ਫੌਜੀਆਂ ਦੇ ਬੱਚੇ, ਪੁਲਿਸ ਡਿਪਾਰਟਮੈਂਟ ਦੇ ਜਿਹੜੇ ਵਿਅਕਤੀ ਨੇ, ਖਾਸ ਕਰਕੇ ਪੈਰਾਮਿਲਟਰੀ ਫੋਰਸਿਸ ਦੇ ਜਿਹੜੇ ਬੱਚੇ ਨੇ, ਉਹ ਜਦੋਂ ਟ੍ਰਾਂਸਫਰ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਇੱਕ ਕਨਫਿਊਜ਼ਨ ਆਉਂਦਾ ਔਰ ਉਹ ਜਦੋਂ ਆਪਣੀ ਮਦਰ ਟੰਗ ਵਾਲੇ ਸਕੂਲ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਬਿਲਕੁਲ ਹੀ ਹੋਰ ਕਿਸਮ ਦਾ ਐਟਮੋਸਫੇਅਰ ਦੇਖਣ ਨੂੰ ਮਿਲਦਾ। ਤੇ ਮੈਨੂੰ ਲੱਗਦਾ ਕਿ ਇੱਥੇ ਜਿਹੜਾ ਰੋਲ ਹੈ ਸਾਡਾ ਇਹ ਕਿ ਅਸੀਂ ਬੱਚੇ ਨੂੰ ਪੜ੍ਹਾਉਣ ਦਾ ਸਾਡਾ ਤਰੀਕਾ ਕੀ ਹੋਣਾ ਚਾਹੀਦਾ, ਉਹਦੇ ਉੱਤੇ ਅਜੇ ਰਿਸਰਚ ਬਹੁਤ ਜ਼ਿਆਦਾ ਨਹੀਂ ਹੋਈ। ਇਟ ਇਜ਼ ਟੋਟਲੀ ਲੈਫਟ ਟੂ ਦੀ ਟੀਚਰ ਕਿ ਟੀਚਰ ਨੇ ਕੀ ਪੜ੍ਹਾਉਣਾ ਹੈ ਉਹ ਅਸੀਂ ਉਹ ਕਰਦੇ, ਮਗਰ ਉਹਦਾ ਕੰਟੈਂਟ ਕੀ ਹੋਣਾ ਚਾਹੀਦਾ, ਉਹਦਾ ਐਕਟੀਵਿਟੀ ਬੇਸ ਦਾ ਉਹਦਾ ਪੂਰਾ ਇੱਕ ਲੈਸਨ ਪਲੈਨਿੰਗ ਉਹਦੀ ਕੀ ਹੋਣੀ ਚਾਹੀਦੀ ਹੈ ਪ੍ਰਾਇਮਰੀ ਸਕੂਲ ਲੈਵਲ ਤੇ, ਇਹ ਇੱਕ ਜ਼ਰੂਰੀ ਹੈ। ਔਰ ਇਹਦੇ ਵਾਸਤੇ ਜਦੋਂ ਪ੍ਰੋਫੈਸਰ ਆਸਾ ਸਿੰਘ ਹੋਰੀ ਐਮਫਸਾਈਜ਼ ਕਰ ਰਹੇ ਸਨ ਕਿ ਇਹਦੇ ਵਿੱਚ ਜਿਹੜਾ ਹੈ ਟੀਚਰਸ ਦੀ ਟ੍ਰੇਨਿੰਗ ਦਾ ਇੱਕ ਬਹੁਤ ਵੱਡਾ ਰੋਲ। ਮੈਡਮ ਪੁਸ਼ਪਿੰਦਰ ਨੇ ਗੱਲ ਕੀਤੀ ਸੀ ਕਿ ਵੀ ਆਰ ਲਾਈਫ ਲੌਂਗ ਲਰਨਰਸ। ਇਹ ਬਿਲਕੁਲ ਸਹੀ ਗੱਲ ਹੈ ਕਿ ਅਸੀਂ ਅਗਰ ਵਾਕਿਆ ਹੀ ਆਪਣੇ ਆਪ ਨੂੰ ਐਜ਼ ਟੀਚਰ ਰੱਖਣਾ ਚਾਹੁੰਦੇ ਹਾਂ, ਐਜ਼ ਅਧਿਆਪਕ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਹਾਂ, ਤੇ ਜ਼ਰੂਰੀ ਹੈ ਕਿ ਸਾਡੀ ਕਨਸਟੈਂਟ ਜਿਹੜੀ ਆਪਣੇ ਆਪ ਅਸੀਂ ਆਪਣੇ ਨੌਲੇਜ ਨੂੰ ਕਿਸੇ ਨਾ ਕਿਸੇ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ ਲੈ ਕੇ ਆਈਏ। ਸੋ ਇਹ ਪਹਿਲੀ ਗੱਲ ਤੇ ਇਹ ਕਿ ਜਿਹੜੀ ਇੱਥੇ ਦੇਖੋ ਜਿਹੜੀ 2 ਤੋਂ 8 ਸਾਲ ਦਾ ਬੱਚਾ ਹੈ ਉਹਦੇ ਵਿੱਚ ਲਰਨਿੰਗ ਕੈਪੈਸਿਟੀ ਬਹੁਤ ਹੈ। ਉਹ ਕਿਸੇ ਵੀ ਲੈਂਗੁਏਜ ਨੂੰ ਪਿਕ ਕਰ ਸਕਦਾ ਹੈ ਆਪਣੀ ਮਦਰ ਟੰਗ ਤੋਂ ਇਲਾਵਾ, ਔਰ ਨਾਲ ਉਹ ਆਪ ਤੁਸੀਂ ਦੇਖੋਗੇ ਕਿ ਉਹਦੀ ਜਿਹੜੀ ਆਬਜ਼ਰਵੇਸ਼ਨਲ ਕ੍ਰੀਏਟਿਵਿਟੀ ਹੈ, ਉਹ ਕਿਸੇ ਗੰਦੇ ਪਾਣੀ ਨੂੰ ਦੇਖਦਾ, ਕਿਸੇ ਪੇੜ ਨੂੰ ਦੇਖਦਾ, ਪਿੰਡ ਦੇ ਵਿੱਚ ਕੋਈ ਘਟਨਾ ਹੁੰਦੀ ਦੇਖਦਾ, ਤੇ ਉਹ ਤੁਸੀਂ ਦੇਖੋਗੇ ਕਿ ਬੱਚਾ ਕਿਤੇ ਨਾ ਕਿਤੇ ਉਹ ਆਪਣੇ ਜਾਂ ਤਾਂ ਦੀਵਾਰਾਂ ਦੇ ਉੱਤੇ ਜਾਂ ਕਿਸੇ ਕਾਗਜ਼ ਦੇ ਪੇਪਰ ਦੇ ਉੱਪਰ ਕੁਛ ਨਾ ਕੁਛ ਡਰਾ ਕਰ ਰਿਹਾ ਹੁੰਦਾ ਹੈ। ਉੱਥੇ ਇੱਕ ਟੀਚਰ ਦਾ ਰੋਲ ਬਣਦਾ। ਸਾਡਾ ਇੱਕ ਕੰਪਰੀਹੈਂਸਿਵ ਇੱਕ ਪ੍ਰੋਗਰਾਮ ਹੋਣਾ ਚਾਹੀਦਾ ਕਿ ਉਹ ਜਿਹੜੀ ਕ੍ਰੀਏਟਿਵਿਟੀ ਹੈ ਬੱਚੇ ਦੀ, ਉਹਨੂੰ ਅਸੀਂ ਕਿੱਦਾਂ ਉਜਾਗਰ ਕਰਕੇ ਉਹਦਾ ਇੱਕ ਐਸੈਂਸ਼ੀਅਲ ਪਾਰਟ ਬਣਾਈਏ। ਸੋ ਇੱਕ ਐਕਸਪੀਰੀਐਂਸ਼ੀਅਲ ਲਰਨਿੰਗ ਜਿਹੜੀ ਹੈ ਉਹ ਕੰਪਲੀਟਲੀ ਜਿਹੜੀ ਹੈ ਉਹ ਮਿਸਿੰਗ ਹੈ। ਸਿਮਿਲਰਲੀ ਜਿਹੜੀ ਸਾਡੀ ਆਰਟ ਇੰਟੀਗ੍ਰੇਸ਼ਨ ਦੀ ਗੱਲ ਹੈ ਕਿ ਬੱਚਾ ਲੈਟ ਅਸ ਸੇ ਕਿ ਉਹ ਮਿਊਜ਼ਿਕ ਜਾਂ ਅਸੀਂ ਕੋਈ ਗਾਣਾ ਗਾਉਂਦਾ ਹੈ, ਉਹ ਭੰਗੜਾ ਪਾਉਂਦਾ ਹੈ ਜਾਂ ਕੋਈ ਹੋਰ ਕਿਸਮ ਦਾ ਡਾਂਸ ਕਰਦਾ ਹੈ, ਉਹਨੂੰ ਅਸੀਂ ਆਪਣੀ ਲਰਨਿੰਗ ਪ੍ਰੋਸੈਸ ਦੇ ਵਿੱਚ ਇਸ ਸਟੇਜ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਚੇ ਨੂੰ ਅਸੀਂ ਇਨਕਰੇਜ ਵੀ ਕਰੀਏ, ਉਹਦਾ ਟੈਲੈਂਟ ਵੀ ਇਨਕਰੇਜ ਹੋਏ, ਉਹਦਾ ਕੌਨਫੀਡੈਂਸ ਲੈਵਲ ਵੀ ਵਧੇ, ਔਰ ਨਾਲ ਉਹ ਲਰਨਿੰਗ ਪ੍ਰੋਸੈਸ ਵੀ ਉਹਦੇ ਨਾਲ ਕੀਤੀ ਜਾਏ। ਤੇ ਇਹਦੇ ਵਾਸਤੇ ਅਸੈਸਮੈਂਟ ਜ਼ਰੂਰੀ ਨਹੀਂ ਹੈ ਕਿ ਅਸੀਂ ਸਾਲ ਦੇ ਅਖੀਰ 'ਚ ਜਾ ਕੇ ਉਹਦਾ ਐਗਜ਼ਾਮ ਹੀ ਲਈਏ ਤੇ ਫਿਰ ਹੀ ਉਹਦੀ ਅਸੈਸਮੈਂਟ ਹੋਏਗੀ। ਇਹਦੇ ਵਿੱਚ ਟੀਚਰ ਦੇ ਕੋਲ ਇੰਨੀ ਕੁ ਆਟੋਨਮੀ ਹੋਣੀ ਚਾਹੀਦੀ ਹੈ ਕਿ ਟੀਚਰ ਕੰਟੀਨਿਊਸਲੀ ਉਸ ਬੱਚੇ ਨੂੰ ਅਸੈਸ ਕਰੇ ਔਰ ਜਿਹੜੀ ਉਹਦੀ ਸਕਿੱਲ ਹੈ ਜਾਂ ਜੋ ਵੀ ਉਹਦਾ ਟੈਲੈਂਟ ਉੱਭਰ ਕੇ ਆ ਰਿਹਾ ਉਹਨੂੰ ਪ੍ਰਫੁੱਲਤ ਹੋਣ ਵਾਸਤੇ ਇੱਕ ਮੌਕਾ ਉਹ ਜ਼ਰੂਰ ਪ੍ਰੋਵਾਈਡ ਕਰੇ। ਇਹਦੇ ਨਾਲ ਇੱਕ ਹੋਲਿਸਟਿਕ ਡਿਵੈਲਪਮੈਂਟ ਵੀ ਹੁੰਦੀ ਹੈ। ਦੇਖੋ ਪੰਜਾਬ ਦੀ ਐਜੂਕੇਸ਼ਨ ਇੱਕ ਬੜੀ ਸੈਕੂਲਰ ਐਜੂਕੇਸ਼ਨ, ਔਰ ਇਹਦੇ ਵਿੱਚ ਕੋਈ ਧਰਮ ਦੇ ਆਧਾਰ ਤੇ ਜਾਂ ਕਿਸੇ ਹੋਰ ਚੀਜ਼ ਦੇ ਆਧਾਰ ਤੇ ਕਦੀ ਨਾ ਸਾਡੇ ਟੀਚਰਾਂ ਨੇ ਸਾਨੂੰ ਸਿਖਾਇਆ ਭੇਦਭਾਵ, ਨਾ ਅੱਜ ਹੀ ਹੈ। ਸੋ ਇੱਕ ਪੰਜਾਬ ਦੀ ਬਹੁਤ ਬਿਊਟੀ ਹੈ, ਬਹੁਤ ਖੂਬਸੂਰਤੀ ਹੈ ਇਸ ਗੱਲ ਦੀ ਕਿ ਜਿਹੜੀ ਇੱਕ ਹੋਲਿਸਟਿਕ ਡਿਵੈਲਪਮੈਂਟ ਹੈ ਜਿਹਦੇ ਵਿੱਚ ਕੰਪਲੀਟ ਹੋਲਿਸਟਿਕ ਡਿਵੈਲਪਮੈਂਟ ਦੇ ਵਿੱਚ ਸਾਨੂੰ ਤਿੰਨੋਂ ਕੰਪੋਨੈਂਟਸ ਟੀਚਰ, ਪੇਰੈਂਟਸ ਔਰ ਬੱਚੇ, ਤਿੰਨਾਂ ਦਾ ਇੱਕ ਪਲੇਟਫਾਰਮ ਜ਼ਰੂਰ ਬਣਾਉਣਾ ਪਏਗਾ। ਇਹ ਗੱਲ ਜ਼ਰੂਰ ਹੈ ਕਿ ਪਿੰਡਾਂ ਦੇ ਵਿੱਚ ਪੇਰੈਂਟਸ ਜ਼ਿਆਦਾ ਇੰਟਰਸਟ ਲੈਂਦੇ ਨਹੀਂ, ਉਹਨਾਂ ਨੂੰ ਇਹ ਕਿ ਬੱਚਾ ਚਲਾ ਗਿਆ ਔਰ ਜੋ ਟੀਚਰ ਨੇ ਪੜ੍ਹਾ ਦਿੱਤਾ ਉਹ ਅਸੀਂ ਬੱਚਾ ਪੜ੍ਹ ਕੇ ਆ ਗਿਆ। ਔਰ ਮੈਂ ਤਾਂ ਦੇਖਿਆ ਹੁਣ ਪਿੰਡ ਦੇ ਵਿੱਚ ਕਿ ਈਵਨ ਪ੍ਰਾਇਮਰੀ ਲੈਵਲ ਦੇ ਵਿੱਚ ਪੇਰੈਂਟਸ ਜਿਹੜੇ ਅਫੋਰਡ ਕਰ ਸਕਦੇ ਨੇ ਉਹ ਆਉਂਦਾ ਹੈ ਬੱਚਾ, ਉਹ ਖੇਲਣ ਨਹੀਂ ਭੇਜਦੇ ਮਗਰ ਉਹਨੂੰ ਜਿਹੜਾ ਇੱਕ ਕਲਾਸ ਟੀਚਰ ਦੇ ਕੋਲ ਭੇਜ ਦਿੰਦੇ ਨੇ ਵੀ ਤੂੰ ਬਈ ਜਾ ਕੇ ਕਲਾਸ ਟੀਚਰ ਨਹੀਂ ਬਲਕਿ ਕੋਈ ਟਿਊਸ਼ਨ ਸੈਂਟਰ ਹੈ ਜਾਂ ਕੋਈ ਟਿਊਟਰ ਹੈ ਲੋਕਲ, ਉਹਦੇ ਕੋਲ ਭੇਜ ਦਿੰਦੇ ਨੇ। ਇੱਕ ਪਾਸੇ ਉਹ ਬੱਚਾ ਸਕੂਲ ਤੋਂ ਆਇਆ, ਦੂਸਰੇ ਪਾਸੇ ਉਹਨੂੰ ਭੇਜ ਦਿੱਤਾ। ਉਹਦੇ ਵਾਸਤੇ ਕੋਈ ਸਪੋਰਟਸ ਦਾ, ਕੋਈ ਉਹਦੀ ਜਿਹੜੀ ਉਹਦਾ ਬਾਕੀ ਟੈਲੈਂਟ ਹੈ ਫਿਜ਼ੀਕਲ ਐਕਟੀਵਿਟੀ ਵਾਸਤੇ ਅਸੀਂ ਕੋਈ ਸਕੋਪ ਨਹੀਂ ਛੱਡਿਆ।
ਸੋ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਪੋਰਟਸ ਇੰਟੀਗ੍ਰੇਸ਼ਨ, ਆਰਟ ਇੰਟੀਗ੍ਰੇਸ਼ਨ, ਐਕਟੀਵਿਟੀ ਬੇਸਡ ਲਰਨਿੰਗ ਔਰ ਨਾਲ ਜੋ ਬੱਚਾ ਆਬਜ਼ਰਵ ਕਰਦਾ ਹੈ, ਇਹਦੇ ਵਾਸਤੇ ਟੀਚਰਸ ਨੂੰ ਅਪਰੋਪਰੀਏਟਲੀ ਟ੍ਰੇਨ ਕਰਨ ਦੀ ਜ਼ਰੂਰਤ ਹੈ ਕਿ ਉਹ ਰੈਕਗਨਾਈਜ਼ ਕਰਕੇ ਬੱਚੇ ਨੂੰ ਇਹਨਾਂ ਚੀਜ਼ਾਂ ਵਾਸਤੇ ਤਿਆਰ ਕਰਨ। ਔਰ ਇਹਦੇ ਨਾਲ ਹੋਏਗਾ ਕਿ ਬੱਚਾ ਉਹ ਇੰਜੋਏ ਵੀ ਕਰੇਗਾ ਆਪਣੀ ਲਰਨਿੰਗ ਪ੍ਰੋਸੈਸ ਨੂੰ, ਕਿਉਂਕਿ ਉਹਨੂੰ ਲੱਗਦਾ ਹੈ ਕਿ ਜੋ ਵੀ ਉਹ ਕਰਨਾ ਚਾਹੁੰਦਾ ਉਹਨੂੰ ਇੱਕ ਮੌਕਾ ਮਿਲ ਰਿਹਾ। ਨਾਲ ਉਹ ਬੱਚਾ ਇੰਗੇਜ ਵੀ ਰਹਿੰਦਾ ਹੈ ਕਿ ਉਹਨੂੰ ਇਹ ਹੈ ਕਿ ਮੇਰੇ ਟੀਚਰ ਨੇ ਮੈਨੂੰ ਕੰਮ ਦਿੱਤਾ ਹੈ ਤੇ ਮੈਂ ਉਹਨੂੰ ਕੰਪਲੀਟ ਕਰਕੇ ਲੈ ਕੇ ਜਾਵਾਂ। ਪੇਰੈਂਟਸ ਨੂੰ ਇਹ ਹੈ ਕਿ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਬੱਚੇ ਦੀ ਕੋਈ ਕੰਡਮਨੇਸ਼ਨ ਨਹੀਂ ਹੋ ਰਹੀ, ਬੱਚਾ ਜੋ ਹੈ ਉਹ ਸਕੂਲ ਦੇ ਵਿੱਚ ਉਹਦੀ ਅੱਛੀ ਰਿਪੋਰਟ ਆ ਰਹੀ ਹੈ ਜਾਂ ਮਾਸਟਰ ਉਹਨੂੰ ਠੀਕ ਉਹਦੇ ਪੇਰੈਂਟਸ ਨੂੰ ਰਿਪੋਰਟ ਦੇ ਰਿਹਾ ਹੈ, ਤੇ ਉਹਦੇ ਨਾਲ ਟੀਚਰਸ ਵੀ, ਉਹਦੇ ਪੇਰੈਂਟਸ ਵੀ ਜਿਹੜੇ ਨੇ ਉਹ ਅੰਗੇਜ ਹੋਣਗੇ। ਇਹ ਗੱਲ ਜ਼ਰੂਰ ਹੈ ਕਿ ਐਜੂਕੇਸ਼ਨ ਬੜੀ ਐਕਸਪੈਂਸਿਵ ਹੁੰਦੀ ਜਾ ਰਹੀ ਹੈ ਔਰ ਬਹੁਤ ਸਾਰੇ ਪੇਰੈਂਟਸ ਹੋ ਸਕਦਾ ਕਿ ਪ੍ਰਾਇਮਰੀ ਐਜੂਕੇਸ਼ਨ ਅਫੋਰਡ ਹੀ ਨਾ ਕਰਦੇ ਹੋਣ, ਔਰ ਪੰਜਾਬ ਦੇ ਵਿੱਚ ਵੀ ਸਕੂਲ ਡ੍ਰੌਪ ਆਊਟ ਰੇਟ ਇਜ਼ ਵੈਰੀ ਹਾਈ। ਤੁਸੀਂ ਆਲ ਇੰਡੀਆ ਸਰਵੇ ਆਫ ਹਾਇਰ ਐਜੂਕੇਸ਼ਨ ਜਾਂ ਆਲ ਇੰਡੀਆ ਸਰਵੇ ਆਫ ਐਜੂਕੇਸ਼ਨ ਦੇਖੋ ਪ੍ਰਾਇਮਰੀ ਐਜੂਕੇਸ਼ਨ ਦਾ, ਇਟ ਇਜ਼ ਅਵੇਲੇਬਲ ਔਨ ਦੀ ਮਿਨਿਸਟਰੀ ਆਫ ਐਜੂਕੇਸ਼ਨ ਵੈਬਸਾਈਟ। ਈਵਨ ਇਨ ਪੰਜਾਬ, ਹੁਣ ਪੰਜਾਬ ਦੇ ਵਿੱਚ ਸਾਡਾ ਬੜਾ ਇੱਕ ਨੈਸ਼ਨਲ ਕਰੈਕਟਰ ਬਣਦਾ ਜਾ ਰਿਹਾ ਹੈ ਕਿ ਸਿਰਫ ਉਹਦੇ ਵਿੱਚ ਪੰਜਾਬੀ ਹੀ ਨਹੀਂ, ਉਹਦੇ ਵਿੱਚ ਬਿਹਾਰੀ ਲੋਕ ਵੀ ਨੇ, ਉਹਦੇ ਵਿੱਚ ਉੱਤਰ ਭਾਰਤ ਦੇ ਲੋਕ ਵੀ ਨੇ ਜਿਨ੍ਹਾਂ ਦੇ ਬੱਚੇ ਸਕੂਲਾਂ ਦੇ ਵਿੱਚ ਜਾਂਦੇ ਨੇ। ਤਾਂ ਇੱਕ ਹੋਰ ਕਿਸਮ ਦਾ ਇੱਕ ਵੱਖਰਾ ਹੀ ਜਿਹੜਾ ਇੱਕ ਕਲਚਰ ਡਿਵੈਲਪ ਹੋ ਰਿਹਾ, ਸਾਨੂੰ ਉਹਨੂੰ ਵੀ ਦੇਖਣਾ ਪਏਗਾ। ਔਰ ਨਾਲ ਜਿਹੜੀ ਹੈ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਇਹਦੇ ਵਿੱਚ ਕਿ ਇਹ ਟੀਚਰਸ ਨੂੰ ਕਿ ਬੱਚੇ ਦੀ ਅਸੈਸਮੈਂਟ ਜਿਹੜੀ ਹੈ ਉਹ ਟੀਚਰ ਨੂੰ ਟ੍ਰੇਨਿੰਗ ਦੇਣ ਦੀ ਜ਼ਰੂਰਤ ਹੈ ਕਿ ਬੱਚੇ ਨੂੰ ਅਸੈਸ ਕਿਸ ਤਰੀਕੇ ਨਾਲ ਕਰੇ। ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਸ ਕਲਾਸ ਦੇ ਵਿੱਚ ਉਸ ਬੱਚੇ ਨੂੰ ਅਸੀਂ ਕੀ ਪੜ੍ਹਾਉਣਾ, ਕੀ ਉਹਨੇ ਲਰਨ ਕਰਨਾ, ਔਰ ਉਹਦੀ ਲਰਨਿੰਗ ਜਿਹੜੀ ਹੈ ਉਹ ਕੀ ਉਹਨੇ ਉਹਨਾਂ ਲਰਨ ਕੀਤਾ ਜਾਂ ਨਹੀਂ ਕੀਤਾ। ਇਹ ਨਹੀਂ ਹੈ ਕਿ ਅਸੀਂ ਅਲਟੀਮੇਟਲੀ ਜਾ ਕੇ ਜੋ ਹੈ ਸਕੂਲ ਦੇ ਵਿੱਚ ਅਸੀਂ ਰਿਜ਼ਲਟ ਅਨਾਉਂਸ ਕਰ ਦੇਣਾ। ਇਹਦੇ ਵਿੱਚ ਜੋ ਪ੍ਰਾਇਮਰੀ ਐਜੂਕੇਸ਼ਨ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਵਾਈਸ ਚਾਂਸਲਰ ਸਾਹਿਬ ਇੱਥੇ ਨੇ ਕਿਉਂਕਿ ਇਹਨਾਂ ਦਾ ਬਹੁਤ ਤਜਰਬਾ ਹੈ, ਔਰ ਮੈਨੂੰ ਲੱਗਦਾ ਹੈ ਕਿ ਪ੍ਰਾਇਮਰੀ ਐਜੂਕੇਸ਼ਨ ਜਿਹੜੀ ਹੈ, ਹਾਇਰ ਐਜੂਕੇਸ਼ਨ ਦੇ ਵਿੱਚ ਤੇ ਬੱਚਿਆਂ ਦੇ ਕੋਲ ਓਪਰਚੁਨਿਟੀ ਹੈ। ਉਹ ਪੰਜਾਬ ਦੇ ਵਿੱਚ ਬੜੇ ਸਾਰੇ ਇੰਸਟੀਚਿਊਟਸ ਆ ਗਏ ਨੇ, ਯੂਨੀਵਰਸਿਟੀਜ਼ ਐਸਟੈਬਲਿਸ਼ ਹੋ ਗਈਆਂ ਨੇ। ਅਜੇ ਵੀ ਕੋਈ ਸਾਡੀ ਫੀਸ ਕੋਈ ਬਹੁਤ ਜ਼ਿਆਦਾ ਨਹੀਂ ਹੈਗੀ ਅਗਰ ਹਾਇਰ ਐਜੂਕੇਸ਼ਨ ਦੀ ਗੱਲ ਕਰੀਏ, ਮਗਰ ਸਕੂਲ ਐਜੂਕੇਸ਼ਨ ਤੇ ਜਿਹੜੀ ਕਿ ਫਾਊਂਡੇਸ਼ਨ ਬਣਨੀ ਹੈ ਬੱਚੇ ਦੀ, ਉਹਦੇ ਵਾਸਤੇ ਅਜੇ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਸਿਰਫ ਟੀਚਰਸ ਨੂੰ ਬਲੇਮ ਕਰਨ ਨਾਲ ਗੱਲ ਨਹੀਂ ਬਣਨੀ, ਇਹਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਸਕੂਲ ਲੈਵਲ ਦਾ ਉਹ ਬਹੁਤ ਜ਼ਰੂਰੀ ਹੈ। ਦਿੱਲੀ ਦੇ ਵਿੱਚ ਜ਼ਰੂਰ ਕੁਝ ਇੱਕ ਐਕਸਪੈਰੀਮੈਂਟਸ ਹੋਏ ਨੇ ਜਿਹਦਾ ਪੰਜਾਬ ਗਵਰਨਮੈਂਟ ਅਕਸਰ ਜ਼ਿਕਰ ਵੀ ਕਰਦੀ ਹੈ, ਜਿਹਦੇ ਵਿੱਚ ਹੈਪੀ ਕਰਿਕੂਲਮ ਦੀ ਗੱਲ ਹੁੰਦੀ ਹੈ, ਬੱਚਿਆਂ ਨੂੰ ਇਨਵੋਲਵ ਕਰਨ ਦੇ। ਸਕੂਲ ਜੋ ਗਵਰਨਮੈਂਟ ਸਕੂਲ ਐਜੂਕੇਸ਼ਨ ਹੈ ਉਹ ਥੋੜੀ ਜਿਹੀ ਪਹਿਲੇ ਨਾਲੋਂ ਇੰਪਰੂਵ ਹੋਈ ਹੈ। ਇਹ ਨਹੀਂ ਹੈ ਕਿ ਬਿਲਕੁਲ ਹੀ ਇੱਕਦਮ ਟਰਾਂਸਫਰ ਹੋਈ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਕਿਸਮ ਦਾ ਜਿਹੜਾ ਕ੍ਰੀਏਟਿਵਿਟੀ ਹੈ ਬੱਚੇ ਦੀ ਅਗਰ ਰਿਟੇਨ ਕਰਨੀ ਹੈ ਤੇ ਸਾਨੂੰ ਆਪਣਾ ਕੁਰਿਕੂਲਮ, ਸਾਨੂੰ ਆਪਣੀ ਟੀਚਰਸ ਟ੍ਰੇਨਿੰਗ ਔਰ ਸਕੂਲਸ ਦਾ ਇਨਫਰਾਸਟ੍ਰਕਚਰ ਉਹਦੇ ਵਾਸਤੇ ਇੰਪਰੂਵ ਕਰਨਾ, ਜਿਹੜਾ ਇੰਪਰੂਵਮੈਂਟ ਬਹੁਤ ਜ਼ਰੂਰੀ ਹੈ। ਔਰ ਪੰਜਾਬ ਗਵਰਨਮੈਂਟ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਖਾਸ ਕਰਕੇ ਜ਼ੋਰ ਦੇਣਾ ਪਏਗਾ। ਮੈਂ ਪ੍ਰਾਈਵੇਟ ਸਕੂਲਾਂ ਦੀ ਨਹੀਂ ਗੱਲ ਕਰ ਰਿਹਾ ਕਿਉਂਕਿ ਪ੍ਰਾਈਵੇਟ ਸਕੂਲਸ ਠੀਕ ਹੈ, ਉਹ ਬੱਚੇ ਅਫੋਰਡ ਕਰਦੇ ਨੇ ਐਜੂਕੇਸ਼ਨ, ਉਹ ਜਾਂਦੇ ਨੇ, ਉਹਨਾਂ ਦੇ ਕੋਲ ਇਨਫਰਾਸਟ੍ਰਕਚਰ ਵੀ ਹੈ, ਪਰ ਬਹੁਤ ਸਾਰੇ ਪ੍ਰਾਈਵੇਟ ਸਕੂਲਸ ਇੱਕ ਮਿਸ਼ਨ ਦੇ ਤੌਰ ਤੇ ਵੀ ਲੈ ਰਹੇ ਨੇ। ਪ੍ਰੋਫੈਸਰ ਆਸਾ ਸਿੰਘ ਹੋਰਾਂ ਦਾ ਅਗਰ ਅਸੀਂ ਸਕੂਲ ਦੇਖਦੇ ਹਾਂ ਤੇ ਸਾਡੇ ਪਿੰਡ ਦੇ ਵਿੱਚ ਲੋਕਾਂ ਦੀ ਕੋਈ ਪੇਇੰਗ ਕੈਪੈਸਿਟੀ ਬਹੁਤ ਜ਼ਿਆਦਾ ਨਹੀਂ ਹੈ। ਇਹਨਾਂ ਦਾ ਜਿਹੜਾ ਸਕੂਲ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਉਹਦੇ ਵਿੱਚ ਫੀਸ ਵਾਸਤੇ ਜ਼ਿਆਦਾ ਬੌਦਰ ਨਹੀਂ ਕਰਦੇ, ਬਟ ਹੀ ਡੈਫੀਨਿਟਲੀ ਸੀਜ਼ ਟੂ ਇਟ ਕਿ ਬਈ ਜੋ ਬੱਚਾ ਆਇਆ ਉਹਦਾ ਕਮ ਸੇ ਕਮ ਜਿਹੜਾ ਕਲਾਸਰੂਮ ਦਾ ਟਾਸਕ ਹੈ ਉਹਨੂੰ ਕਰਵਾਇਆ ਜਾਏ ਔਰ ਬੱਚਾ ਮੁੜ ਕੇ ਉਹਨੂੰ ਵਾਪਸ ਲੈ ਕੇ ਆਏ। ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ। ਔਰ ਪੰਜਾਬ ਐਜੂਕੇਸ਼ਨ ਖਾਸ ਕਰਕੇ ਜਿਹੜੀ ਹੈ, ਮੈਂ ਕੈਨੇਡਾ ਦੀ ਗੱਲ ਨਹੀਂ ਕਰਦਾ ਕਿਉਂਕਿ ਕੈਨੇਡਾ ਦੇ ਬਹੁਤ ਸਾਰੇ ਅਸੈਸਮੈਂਟ ਟੂਲਸ ਅਸੀਂ ਹਾਇਰ ਐਜੂਕੇਸ਼ਨ ਦੇ ਵਿੱਚ ਅਡਾਪਟ ਕੀਤੇ ਨੇ। ਆਈ ਐਮ ਸ਼ੋਰ ਕਿ ਅਗਰ ਪ੍ਰਾਇਮਰੀ ਐਜੂਕੇਸ਼ਨ ਤੇ ਵੀ ਇਹਦਾ ਕੋਈ ਕੰਮ ਕੀਤਾ ਜਾਏਗਾ ਇਹਦਾ ਸਾਨੂੰ ਫਾਇਦਾ ਹੋਏਗਾ। ਬਹੁਤ ਬਹੁਤ ਮਿਹਰਬਾਨੀ ਪ੍ਰੋਫੈਸਰ ਅਜੈਬ ਸਿੰਘ ਜੀ, ਪ੍ਰੋਫੈਸਰ ਦਿਲਜੀਤ ਸਿੰਘ, ਪ੍ਰੋਫੈਸਰ ਘੁੰਮਣ ਸਾਹਿਬ ਔਰ ਸਰਦਾਰ ਸੰਤੋਖ ਸਿੰਘ ਜੀ ਸਪੈਸ਼ਲ। ਥੈਂਕ ਯੂ।